मनवा ऐथे तू है आगे आपे, जी जंत्र सब तेरे थापे। तुझ बिन अवर न कोई करते, मैं तार ओट तुम्हारी जियो। ऐथे तू है आगे आपे। वाहिगुरु जी का खालसा, वाहिगुरु जी की फतेह। परम सन्मानयोग सतगुरु धन धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਗੁਰਮੁਖ ਪਿਆਰੇ ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੇ ਬਹੁਤ ਪਿਆਰ ਸ਼ਰਧਾ ਨਾਲ ਗੁਰਬਾਣੀ ਦਾ ਕੀਰਤਨ ਸਾਨੂੰ ਸਭਨਾਂ ਨੂੰ ਸਰਵਣ ਕਰਵਾਇਆ ਹੈ। ਅਸਾਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਤਮਿਕ ਆਨੰਦ ਲਿਆ ਹੈ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਰੰਭ ਹੈ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰਦੇ ਹਾਂ। ਪਿਆਰ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾਂ। ਮਾਝ ਰਾਗ ਦੇ ਵਿੱਚ ਕਥਾ ਚੱਲ ਰਹੀ ਹੈ। ਮਾਝ ਰਾਗ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੇਣ ਹੈ। ਇੱਕ ਅਸ਼ਟਪਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਾਗ ਮਾਝ ਦੇ ਵਿੱਚ ਸੁਭਾਇਮਾਨ ਹੈ। ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨਹੀਂ ਹਨ, ਪਰ ਇੱਕ ਅਸ਼ਟਪਦੀ ਹੈ। ਔਰ ਮਾਝ ਕੀ ਜੋ ਵਾਰ ਹੈ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਉਚਾਰਨ ਕੀਤੀ ਹੋਈ ਹੈ। ਇਸ ਕਰਕੇ ਮਾਝ ਰਾਗ ਦੀ ਦੇਣ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 12 ਮਾਹਾਂ ਮਾਝ ਰਾਗ ਵਿੱਚ ਉਚਾਰਨ ਕੀਤਾ, ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ 12 ਮਾਹਾਂ ਰਾਗ ਤੁਖਾਰੀ ਵਿੱਚ ਉਚਾਰਨ ਕੀਤਾ। ਦੋ ਨੁਕਤੇ ਬੜੇ ਵਿਸ਼ੇਸ਼ ਨੇ ਕਿ ਰਾਗ ਤੁਖਾਰੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਦੇਣ ਹੈ। ਜਿਹੜੇ ਹਿੰਦੁਸਤਾਨੀ ਸੰਗੀਤ ਦੇ ਗ੍ਰੰਥ ਨੇ ਉਹਨਾਂ ਵਿੱਚ ਕਿਤੇ ਵੀ ਤੁਖਾਰੀ ਰਾਗ ਦਾ ਉਲੇਖ ਨਹੀਂ ਮਿਲਦਾ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਣ ਹੈ ਰਾਗ ਤੁਖਾਰੀ। ਤੇ ਰਾਗ ਮਾਝ ਵੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਦੇਣ ਹੈ। ਇਸ ਦਾ ਉਲੇਖ ਵੀ ਹਿੰਦੁਸਤਾਨ ਦੇ ਪੁਰਾਤਨ ਸੰਗੀਤ ਗ੍ਰੰਥਾਂ ਵਿੱਚ ਨਹੀਂ ਮਿਲਦਾ। ਦੋਨੋਂ ਰਾਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਿਆਰ ਕੀਤੇ ਨੇ। ਦੂਸਰਾ ਨੁਕਤਾ ਇਹ ਹੈ ਕਿ ਦੋਹਾਂ ਰਾਗਾਂ ਦਾ ਸਮਾਂ ਤਕਰੀਬਨ ਇੱਕ ਹੈ। ਰਾਗ ਤੁਖਾਰੀ ਵੀ ਸ਼ਾਮ ਨੂੰ ਹੀ ਗਾਉਣ ਵਾਲਾ ਰਾਗ ਹੈ, ਤੇ ਰਾਗ ਮਾਝ ਵੀ ਇਹ ਵੀ ਸ਼ਾਮ ਨੂੰ ਗਾਉਣ ਵਾਲਾ ਰਾਗ ਹੈ। ਰਾਗ ਮਾਝ ਕਾਫੀ ਕਠਿਨ ਰਾਗਾਂ ਦੇ ਵਿੱਚ ਆਉਂਦਾ ਹੈ। ਬਹੁਤ ਘੱਟ ਕੀਰਤਨੀਏ ਇਸ ਰਾਗ ਨੂੰ ਗਾਇਨ ਕਰਦੇ ਹਨ। ਰਾਗ ਜੈਜਾਵੰਤੀ ਔਰ ਰਾਗ ਮਾਝ ਇਹਨਾਂ ਦੋਹਾਂ ਦੇ ਇੱਕੋ ਹੀ ਸੁਰ ਨੇ। ਸਿਆਣਾ ਕੀਰਤਨੀਆ ਹੀ ਇਹਨਾਂ ਦੋਹਾਂ ਰਾਗਾਂ ਨੂੰ ਵੱਖ-ਵੱਖ ਕਰਕੇ ਗਾ ਸਕਦਾ ਹੈ। ਜਿਸ ਨੇ ਪੂਰੀ ਵਿਦਿਆ ਨਹੀਂ ਲਈ ਉਹਦੇ ਵਾਸਤੇ ਮੁਸ਼ਕਲ ਹੈ। ਸੋ ਇਸ ਰਾਗ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਅੱਜ ਦੇ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਹਨ। ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਕਿਉਂਕਿ ਇਹਨਾਂ ਸ਼ਬਦਾਂ ਦੇ ਵਿੱਚ ਸਾਧ ਸੰਗਤ ਜੀ ਰਹਾਉ ਨਹੀਂ ਹਨ। ਆਪ ਜੀ ਨੇ ਸਰਵਣ ਕੀਤਾ ਹੀ ਹੈ।
ਗੁਰੂ ਰਾਮਦਾਸ ਜੀ ਦੇ ਜਿਹੜੇ ਪਹਿਲੇ 7 ਸ਼ਬਦ ਨੇ ਉਹਨਾਂ ਵਿੱਚ ਵੀ ਰਹਾਉ ਨਹੀਂ ਹੈ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਹੈ, ਮੇਰਾ ਮਨ ਲੋਚਾ ਗੁਰਦਰਸ਼ਨ ਤਾਹੀਂ, ਉਹਦੇ ਵਿੱਚ 4 ਰਹਾਉ ਦੀਆਂ ਤੁਕਾਂ ਨੇ, ਪਰ ਉਹਦੇ ਤੋਂ ਬਾਅਦ ਫਿਰ ਕਿਸੇ ਸ਼ਬਦ ਵਿੱਚ ਵੀ ਰਹਾਉ ਨਹੀਂ ਹੈ। ਅੱਗੇ ਫਿਰ ਅਸ਼ਟਪਦੀਆਂ ਨੇ, ਅਸ਼ਟਪਦੀਆਂ ਵਿੱਚ ਰਹਾਉ ਹਨ, ਪਰ ਇਹਨਾਂ ਸ਼ਬਦਾਂ ਵਿੱਚ ਰਹਾਉ ਨਹੀਂ ਹਨ। ਇਸ ਲਈ ਇਹਨਾਂ ਸ਼ਬਦਾਂ ਦਾ ਜਿਹੜਾ ਕੇਂਦਰੀ ਭਾਵ ਹੈ, ਉਹ ਜੋ ਆਖਰੀ ਪਦ ਹੁੰਦਾ ਹੈ ਚੌਥਾ, ਉਹਦੇ ਵਿੱਚ ਕੇਂਦਰੀ ਭਾਵ ਹੁੰਦਾ ਹੈ, ਸਾਰਾ ਸਿੱਟਾ ਤਤ ਨਿਚੋੜ। ਸੋ ਮਹਾਰਾਜ ਕੀ ਕਿਰਪਾ ਕਰਦੇ ਨੇ, ਬੜੇ ਪਿਆਰ ਨਾਲ ਸਰਵਣ ਕਰੋ ਜੀ। ਇੱਥੇ ਤੂੰ ਹੈ ਆਗੇ ਆਪੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਨ, ਹੇ ਪਰਮੇਸ਼ਰ ਜੀ, ਇੱਥੇ ਵੀ ਤੂੰ ਹੀ ਸਾਡਾ ਸਹਾਰਾ ਹੈ, ਅੱਗੇ ਪਰਲੋਕ ਵਿੱਚ ਆਵਾਗਮਨ ਦੇ ਚੱਕਰ ਵਿੱਚੋਂ ਕੱਢਣ ਵਾਲਾ ਵੀ ਤੂੰ ਹੀ ਸਾਡਾ ਸਹਾਰਾ ਹੈ। ਕਿਉਂਕਿ ਇੱਥੇ ਅਸੀਂ ਜਿੰਨੀ ਵੀ ਸੁੱਖ ਸਹੂਲਤ ਮਾਣ ਰਹੇ ਹਾਂ, ਇਹ ਸਾਰੀ ਸੁੱਖ ਸਹੂਲਤ ਉਸ ਪਰਮਾਤਮਾ ਦੀ ਦਿੱਤੀ ਹੋਈ ਹੈ। ਸਰੀਰ ਪਰਮਾਤਮਾ ਦਾ ਹੈ, ਹਵਾ, ਪਾਣੀ, ਅੱਗ, ਧਰਤੀ ਕਿਹੜੀ ਚੀਜ਼ ਹੈ ਜਿਹੜੀ ਅਸੀਂ ਆਪ ਪੈਦਾ ਕੀਤੀ ਹੈ? ਸਭ ਕੁਝ ਉਸ ਨਿਰੰਕਾਰ ਨੇ ਸਾਨੂੰ ਦਿੱਤਾ ਹੈ। ਇਸ ਲਈ ਜੇ ਅਸੀਂ ਜਿਉਂਦੇ ਜੀ ਸੁੱਖ ਭੋਗਦੇ ਹਾਂ, ਉਹ ਵੀ ਅਸੀਂ ਪਰਮਾਤਮਾ ਦਾ ਦਿੱਤਾ ਹੋਇਆ ਹੀ ਸੁੱਖ ਭੋਗਦੇ ਹਾਂ। ਤੇ ਜੇ ਆਵਾਗਮਨ ਦੇ ਚੱਕਰ ਵਿੱਚੋਂ ਨਿਕਲਣਾ ਹੈ ਤੇ ਉੱਥੇ ਵੀ ਪਰਮਾਤਮਾ ਹੀ ਸਹਾਇਕ ਹੁੰਦਾ ਹੈ। ਇਸ ਲਈ ਇਸ ਜੀਵ ਦਾ ਇੱਥੇ ਉੱਥੇ ਹਰ ਥਾਂ ਤੇ ਉਹ ਨਿਰੰਕਾਰ ਹੀ ਸਹਾਇਕ ਹੈ। ਇਹ ਇਸ ਪੱਖ ਤੋਂ ਅਣਜਾਣ ਹੈ, ਬੇਸਮਝ ਹੈ। ਜੀਵ ਨੂੰ ਇਸ ਗੱਲ ਦੀ ਨਹੀਂ ਸਮਝ, ਉਹ ਅਲੱਗ ਬਾਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੀ ਜੰਤਰ ਸਭ ਤੇਰੇ ਥਾਪੇ। ਆਖਦੇ ਨੇ, ਹੇ ਮਾਲਕ ਜੀ, ਇਹ ਜਿੰਨੇ ਵੀ ਜੀਵ ਜੰਤੂ ਹਨ, ਸਭ ਤੇਰੇ ਹੀ ਥਾਪੇ ਹੋਏ ਹਨ, ਸਭ ਤੇਰੇ ਹੀ ਬਣਾਏ ਹੋਏ ਹਨ, ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੂੰ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਤੇਰੇ ਸਾਰੇ ਹੀ ਪੈਦਾ ਕੀਤੇ ਹੋਏ ਨੇ, ਲੇਕਿਨ ਤੂੰ ਕਿਸੇ ਦੁਆਰਾ ਪੈਦਾ ਨਹੀਂ ਕੀਤਾ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੂੰ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਤੂੰ ਸਹਿਭੰਗ ਹੈ, ਸੁਤੇ ਪ੍ਰਕਾਸ਼ ਹੈ। ਸਾਰੇ ਤੇਰੇ ਤੋਂ ਪੈਦਾ ਹੋਏ ਨੇ, ਪਰ ਤੂੰ ਕਿਸੇ ਤੋਂ ਪੈਦਾ ਨਹੀਂ ਹੋਇਆ। ਤੇਰਾ ਕੋਈ ਆਸਰਾ ਨਹੀਂ, ਤੇਰਾ ਕੋਈ ਸਹਾਰਾ ਨਹੀਂ, ਤੇਰੀ ਕੋਈ ਓਟ ਨਹੀਂ, ਕੋਈ ਧਰ ਨਹੀਂ। ਪਰ ਅਗਲੀ ਤੁਕ ਵਿੱਚ ਕੀ ਕਿਰਪਾ ਕਰਦੇ ਹਨ? ਤੁਧ ਬਿਨ ਅਵਰ ਨ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਹੇ ਕਰਤੇ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾ ਮੇਰਾ ਵੀ ਕੋਈ ਸਹਾਰਾ ਨਹੀਂ। ਇਸ ਲਈ ਮੇਰੀ ਧਰ, ਮੇਰਾ ਆਸਰਾ, ਮੇਰੀ ਓਟ ਵੀ ਹੇ ਮਾਲਕ ਤੂੰ ਹੀ ਹੈ। ਓਟ ਉਸ ਦੀ ਲਈਏ ਜਿਸ ਨੂੰ ਆਪ ਨੂੰ ਕਿਸੇ ਦੀ ਓਟ ਨਹੀਂ ਹੈ। ਆਸਰਾ ਉਸ ਦਾ ਲਈਏ ਜਿਸ ਨੂੰ ਆਪ ਨੂੰ ਕਿਸੇ ਦਾ ਆਸਰਾ ਨਹੀਂ ਹੈ। ਜਿਹੜਾ ਆਪ ਕਿਸੇ ਦੇ ਆਸਰੇ ਤੇ ਹੈ, ਤੇ ਜਦੋਂ ਅਸੀਂ ਉਸ ਦਾ ਆਸਰਾ ਲਵਾਂਗੇ, ਉਹ ਆਸਰਾ ਕਾਰਗਰ ਸਿੱਧ ਨਹੀਂ ਹੋ ਸਕਦਾ। ਹਰ ਜੀਵ ਕਿਸੇ ਨਾ ਕਿਸੇ ਦੇ ਆਸਰੇ ਤੇ ਹੈ। ਕੋਈ ਦੁਨੀਆ ਦੀ ਇਹੋ ਜਿਹੀ ਤਾਕਤ ਨਹੀਂ ਜਿਹੜੀ ਕਿਸੇ ਦੇ ਆਸਰੇ ਤੇ ਨਾ ਹੋਵੇ। ਵੱਡੀ ਤੋਂ ਵੱਡੀ ਵੀ ਕੋਈ ਪੋਸਟ ਤੇ ਹੈ, ਉਹ ਜਾਂ ਕਿਸੇ ਵੋਟਰ ਦੇ ਆਸਰੇ ਤੇ ਹੈ, ਉਹ ਜਾਂ ਹਥਿਆਰਾਂ ਦੇ, ਫੌਜਾਂ ਦੇ, ਕਿਸੇ ਨਾ ਕਿਸੇ ਦੇ ਆਸਰੇ ਤੇ ਉਹ ਜ਼ਰੂਰ ਹੈ। ਅਗਰ ਉਹ ਆਸਰਾ ਹਟਾ ਦਿੱਤਾ ਜਾਵੇ, ਉਹ ਡਿੱਗ ਜਾਏਗਾ। ਪਰਮਾਤਮਾ ਨੂੰ ਕਿਸੇ ਦਾ ਆਸਰਾ ਨਹੀਂ ਹੈ, ਨਿਰੰਕਾਰ ਨੂੰ ਕਿਸੇ ਦਾ ਆਸਰਾ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਹਨ, ਤੂੰ ਹੋਰਨਾਂ ਦੇ ਆਸਰੇ ਛੱਡ ਕੇ, ਹੋਰਨਾਂ ਦੇ ਸਹਾਰੇ ਛੱਡ ਕੇ ਉਸ ਪਰਮਾਤਮਾ ਦਾ ਆਸਰਾ ਲੈ। ਇਸ ਸੰਬੰਧੀ ਗੁਰੂ ਰਾਮਦਾਸ ਜੀ ਮਹਾਰਾਜ ਨੇ 5 ਪਦਿਆਂ ਦਾ ਇੱਕ ਸ਼ਬਦ ਰਾਗ ਆਸਾ ਵਿੱਚ ਉਚਾਰਨ ਕੀਤਾ ਹੋਇਆ। ਉਹ ਤੁਸੀਂ ਆਪਣੇ ਸਮੇਂ ਵਿੱਚ ਵਿਚਾਰ ਸਕਦੇ ਹੋ, ਇੱਥੇ ਸਮਾਂ ਨਹੀਂ। ਉਹ ਸ਼ਬਦ ਹੈ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ,
किस ही धड़ा किया कुड़म सके नाल जवाई, किस ही धड़ा किया सिकदार चौधरी नाल अपने सुवाई, हमारा धड़ा हर रहा समाए। हम हर स्यों धड़ा किया मेरी हर टेक, मैं हर बिन पख धड़ा अवर न कोई, हों हर गुण गावां असंख अनेक। इस पूरे शब्द विच महाराज ने सानू समझाया है। इत्थे महाराज जी सानू समझाउंदे हन कि हे मालिक जी, इत्थे उथे तू ही साडा आसरा है। ये सारे जीव तेरे पैदा किए हुए ने, तेरी ही सानू ओट है। तू किसी का पैदा किया होया नहीं है। तेरा कोई माँ बाप नहीं है, तेरी कोई भैन नहीं है, तेरा कोई भरा नहीं है, तेरी कोई कुल भी नहीं है, कोई कुल भी नहीं है। जग तिसकी छाया जिस बाप ना माया। ये संसार उसकी छाया है जिसका ना कोई बाप है ना उसकी मां है। जग तिसकी छाया जिस बाप ना माया, ना तिस भैन ना भराओ कमाया। ना ਉਹਦੀ भैन है ना ਉਹਦਾ भराओ है, ना तिस ओपत खपत कुल जाती। ਉਹਦੀ कुल भी नहीं भी ਜਿਹੜੀ कदे मिट जाती होवेगी, कदे फिर पैदा हो जाती होवेगी। ना तिस ओपत खपत कुल जाती, ਉਹ अजरावर मन पाया। अजरावर ਜਿਹੜਾ बुढ़ा नहीं ਹੁੰਦਾ, जर बुढ़ेपे ਨੂੰ ਕਹਿੰਦੇ ਨੇ। अजरावर अगे तरैड़ा लग गया, ਜਿਹੜਾ बुढ़ा नहीं ਹੁੰਦਾ, कमजोर नहीं ਹੁੰਦਾ। उस परमात्मा का माँ बाप नहीं, उस परमात्मा का भैन भरा नहीं, पर वो परमात्मा सारियां दा ही माँ बाप है। वो परमात्मा सारियां दी भैन है, वो परमात्मा सारियां दा ही भरा है। क्योंकि दुनिया के जिन्ने रिश्ते ने सब आपो अपनी थां ते मुकम्मल ने। पिता काल वस हो जाए, उसकी थां वड्डा भरा नहीं आ सकता। मां चली जाए, उसकी थां ते वड्डी भैन नहीं आ सकती। हर रिश्ता आपो अपनी थां ते मुकम्मल है। छोटा भरा विछोड़ा दे जाए, उसकी थां ते पुत्र नूं नहीं लिआंदा जा सकता, पुत्र की थां ते भरा नहीं लिआंदा जा सकता। इक्को एक रिश्ता जिहड़ा हर थां ते ठीक बैठदा है, हर थां ते, मां की थां ते भी, प्यो की थां ते भी, भैन की थां ते भी, भरा की थां ते भी। गुरु कहते हैं गुसाई महिंडा इठड़ा, मेरा मालिक बहुत प्यारा है। जी किन्ना को प्यारा है। गुसाई महिंडा इठड़ा, अम अब्बे थामो मिठड़ा। कहने लगे अम अब्बे थामो, मां प्यो नालों भी प्यारा है। अम अब्बे थामो मिठड़ा, भैन भाई सब सज्जणा, तुद जिहा नाही कोई जियो। हे मालिक जी, तू ही मेरी भैन है, तू ही मेरा भरा है, तू ही मेरा मां है, तू ही मेरा बाप है। इसलिए गुरु कहते हैं मैं तेरा ही आसरा तकिया है, मैं तेरी ही ओट तकी है। इस तरह गुरु कृपा करके समझा रहे हैं। बड़े प्यार दे नाल सरवण करो जी। रसना जप जप जीवै स्वामी। सच्चे पातशाह कहते ने हे मालिक, मैं रसना नाल जप जप के जीउंदा हां। क्योंकि जो भी असीं जीभा तो बोलते हाँ, उसका असर मन उत्ते हुंदा है। कोई मनुख बहुत दुखी होवे, कोई ऐसी घटना वापर जाए, वो जदों अपना दुख दूसरे नाल जबान नाल साझा करता है, मन हौला हुंदा है, मन हौला हुंदा है। असीं कोई अपनी खुशी, कोई वधिया साडे जीवन दे विच खुशी वाली घटना होवे, जदों असीं दूसरे नाल साझी करते हाँ, मन नूं सकून मिलता है, शांति मिलती है। जो भी असीं बोलते हाँ, उसका मन ते असर हुंदा है। चंगा बोलते हाँ, चंगा असर हुंदा है, बुरा बोलते हाँ, बुरा असर हुंदा है। ये परमात्मा का नियम है। वो बेचारा गूंगा जिहड़ा बेचारा ना अपनी खुशी ज़ाहिर कर सकता, ना बेचारा अपने मन का दुख किसी के अगे रख सकता। कितना वड्डा दुख है, कितना वड्डा दुख है। इसलिए गुरु कहते हैं
ਮੈਂ ਜਦੋਂ ਤੇਰਾ ਨਾਮ ਉਚਾਰਨ ਕਰਦਾ ਹਾਂ ਮੈਨੂੰ ਜੀਵਨ ਮਿਲਦਾ ਹੈ। ਇੰਜ ਲੱਗਦਾ ਹੈ ਜਿਵੇਂ ਮੇਰੀ ਆਤਮਾ ਫੇਰ ਜਿਉ ਪਈ ਹੋਵੇ। ਮੈਂ ਤੇਰਾ ਨਾਮ ਰਸਨਾ ਨਾਲ ਜਪ ਜਪ ਕੇ ਹੀ ਜਿਉਂਦਾ ਹਾਂ। ਇਸ ਲਈ ਬਾਣੀ ਵਿੱਚ ਵਾਰ-ਵਾਰ ਜੀਭਾਂ ਨਾਲ ਪਰਮਾਤਮਾ ਦਾ ਨਾਮ ਉਚਾਰਨ ਕਰਨ ਦੀ ਹਦਾਇਤ ਹੈ। ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਕਣਾ, ਆਗੈ ਜੀ ਕੈ ਸੰਗ ਕਾਮ। ਹੋਰ ਬੜੇ ਬਚਨ ਨੇ, ਲਾਖ ਕੋਟ ਦੇਹੋ, ਲਾਖ ਜਿਹਵਾ ਦਿਓ ਮੇਰੇ ਪਿਆਰੇ, ਮੁਖ ਹਰ ਅਰਾਧੇ ਮੇਰਾ ਰਾਮ। ਇਸ ਤਰ੍ਹਾਂ ਮਹਾਰਾਜ ਇਸ ਤਰ੍ਹਾਂ ਕਿਰਪਾ ਕਰਦੇ ਹਨ। ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਮਹਾਰਾਜ ਕਹਿੰਦੇ ਹਨ ਉਹ ਜੋ ਪਾਰ ਬ੍ਰਹਮ ਪਰਮਾਤਮਾ ਹੈ ਉਹ ਅੰਤਰਜਾਮੀ ਹੈ, ਅੰਦਰ ਦੀਆਂ ਜਾਣਦਾ ਹੈ। ਉਸ ਨਾਲ ਛਲ ਨਹੀਂ ਚੱਲਣਾ, ਉਸ ਨਾਲ ਕਪਟ ਨਹੀਂ ਚੱਲਣਾ। ਕੋਈ ਰਸਨਾ ਨਾਲ ਨਾਮ ਜਪਦਾ ਹੈ, ਹੋ ਸਕਦਾ ਕੋਈ ਦੇਖਣ ਵਾਲਾ ਭੁਲੇਖਾ ਖਾ ਜਾਏ ਇਹ ਬੜਾ ਜੀ ਨਾਮ ਜਪਦਾ ਹੈ, ਲੇਕਿਨ ਉਸਦੇ ਨਾਮ ਜਪਣ ਪਿੱਛੇ ਭਾਵਨਾ ਕੀ ਚੱਲ ਰਹੀ ਹੈ ਇਹ ਰੱਬ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਹ ਕਿਤੇ ਦਿਖਾਵਾ ਤੇ ਨਹੀਂ ਕਰ ਰਿਹਾ, ਇਹ ਕੋਈ ਆਪਣੀ ਮੰਗ ਮਨਾਉਣ ਵਾਸਤੇ ਤੇ ਨਹੀਂ ਜਪ ਰਿਹਾ, ਇਹ ਕੋਈ ਇੱਛਾ ਕੋਈ ਭਾਵਨਾ ਰੱਖ ਕੇ ਤੇ ਨਹੀਂ ਜਪ ਰਿਹਾ ਕਿ ਰੱਬ ਜੀ ਮੈਂ ਤੁਹਾਡਾ ਇੰਨਾ ਨਾਮ ਜਪਾਂਗਾ ਤੁਸੀਂ ਮੇਰਾ ਇਹ ਕੰਮ ਕਰ ਦਿਓ, ਜਾਂ ਲੋਕ ਦੇਖਣਗੇ ਕਿ ਇਹ ਬੜਾ ਨਾਮੀ ਹੈ, ਇਹ ਤੇ ਜੀ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਹੈ। ਗੁਰੂ ਕਹਿੰਦੇ ਹਨ ਤੇਰੇ ਮਨ ਵਿੱਚ ਕੀ ਚੱਲ ਰਿਹਾ ਹੈ? ਪਰਮਾਤਮਾ ਅੰਤਰਜਾਮੀ ਹੈ। ਰਸਨਾ ਨਾਲ ਨਾਮ ਜਪ, ਪਰ ਭਲਿਆ ਪਿੱਛੇ ਭਾਵਨਾ ਸ਼ੁੱਧ ਰੱਖ ਕੇ, ਮਨ ਵਿੱਚ ਭਾਵਨਾ ਸ਼ੁੱਧ ਰੱਖ ਕੇ ਉਸ ਨਿਰੰਕਾਰ ਜਿਹੜਾ ਤੇਰਾ, ਉਸ ਨਿਰੰਕਾਰ ਨਾਲ ਤੇਰਾ ਛਲ ਨਹੀਂ ਚੱਲਣਾ, ਕਪਟ ਨਹੀਂ ਚੱਲਣਾ, ਧੋਖਾ ਨਹੀਂ ਚੱਲਣਾ। ਇਸ ਤਰ੍ਹਾਂ ਮਹਾਰਾਜ ਸਾਨੂੰ ਸਮਝਾਉਂਦੇ ਹਨ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਜੂਐ ਹਾਰੀ ਜੀਓ। ਸਤਿਗੁਰੂ ਕਹਿੰਦੇ ਨੇ ਜਿਸ ਨੇ ਵੀ ਉਸ ਨੂੰ ਸੇਵਿਆ ਹੈ, ਜਿਸ ਨੇ ਵੀ ਉਸ ਨੂੰ ਜਪਿਆ ਹੈ, ਉਸ ਨੇ ਪਰਮ ਸੁਖ ਪਾਇਆ ਹੈ, ਉਸ ਨੇ ਪਰਮ ਆਨੰਦ ਪਾਇਆ ਹੈ। ਸੋ ਜਨਮ ਨਾ ਜੂਐ ਹਾਰੀ ਜੀਓ। ਉਹ ਕਦੇ ਵੀ ਜੀਵਨ ਦੀ ਬਾਜੀ ਹਾਰਦਾ ਨਹੀਂ ਹੈ। ਪਰਮਾਤਮਾ ਦਾ ਨਾਮ ਜਪਣ ਵਾਲਾ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ, ਹਾਰ ਕੇ ਨਹੀਂ ਜਾਂਦਾ। ਨਾਮ ਤੋਂ ਬਿਨਾਂ ਮਨੁੱਖ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ, ਨਿਸ਼ਫਲ ਗਵਾ ਕੇ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਹਨ ਜੀ। ਨਾਮ ਅਵਖਦ ਜਿਨ ਜਨ ਤੇਰਾ ਪਾਇਆ। ਸੱਚੇ ਪਾਤਸ਼ਾਹ ਜੀ ਆਖਦੇ ਹਨ ਜਿਸ ਜਨ ਨੇ ਵੀ ਤੇਰਾ ਨਾਮ ਅਵਖਦ ਪਾ ਲਿਆ ਹੈ, ਨਾਮ ਦੀ ਔਸ਼ਧੀ, ਨਾਮ ਦੀ ਦਵਾਈ ਹਾਸਲ ਕਰ ਲਈ ਹੈ ਜੀ। ਜਨਮ ਜਨਮ ਕਾ ਰੋਗ ਗਵਾਇਆ। ਉਸਨੇ ਜਨਮਾਂ ਜਨਮੰਤਰਾਂ ਦਾ ਵਿਕਾਰਾਂ ਦਾ ਰੋਗ ਗਵਾ ਲਿਆ ਹੈ, ਜਨਮਾਂ ਜਨਮੰਤਰਾਂ ਦਾ ਹੋਮੇ ਦਾ ਰੋਗ ਗਵਾ ਲਿਆ ਹੈ। ਮੇਰੇ ਰਾਮ ਹਰ ਜਨ ਆਰੋਗ ਪਏ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹੋਮੈ ਰੋਗ ਗਏ। ਕਿਉਂਕਿ ਸਾਰੇ ਰੋਗਾਂ ਦੀ ਜੜ ਹੋਮੇ ਹੈ। ਜਦੋਂ ਹੋਮੈ ਨਿਕਲ ਗਈ ਸਭ ਕੁਝ ਖਤਮ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਇਸ ਲਈ ਡਾਕਟਰ ਕਹਿੰਦੇ ਹਨ ਕਿ ਸਰੀਰਕ ਬਿਮਾਰੀਆਂ ਦੀ ਜੜ ਕਬਜ਼ ਹੈ। ਸਾਨੂੰ ਖਾਧਾ ਪੀਤਾ ਨਹੀਂ ਪਚਦਾ ਤੇ ਸਾਰਾ ਖਾਧਾ ਪੀਤਾ ਜ਼ਹਿਰ ਬਣਦਾ ਜਾਂਦਾ ਹੈ, ਬਿਮਾਰੀਆਂ ਪੈਦਾ ਹੁੰਦੀਆਂ ਜਾਂਦੀਆਂ ਨੇ। ਇਸ ਲਈ ਸਿਆਣੇ ਕਹਿੰਦੇ ਨੇ ਜਿਸ ਦਾ ਮਿਹਦਾ ਠੀਕ ਹੈ, ਜਿਸ ਨੂੰ ਖਾਧਾ ਪੀਤਾ ਪਚਦਾ ਹੈ, ਬਿਮਾਰੀ ਉਸਦੇ ਨੇੜੇ ਨਹੀਂ ਆਉਂਦੀ। ਮਨ ਦੇ ਜਿੰਨੇ ਰੋਗ ਨੇ ਉਹਨਾਂ ਦੀ ਜੜ ਹੋਮੇ ਹੈ, ਹੰਕਾਰ ਹੋਮੇ ਹੈ। ਬਾਕੀ ਸਾਰੇ ਆਪਣੇ ਆਪ ਹੀ ਉੱਥੇ ਵਿਕਾਰ ਆ ਜਾਂਦੇ ਹਨ। ਜਦੋਂ ਨਾਮ ਇਸ ਹੋਮੇ ਨੂੰ ਹੀ ਅੰਦਰੋਂ ਕੱਢ ਦਿੰਦਾ ਹੈ, ਜਦੋਂ ਨਾਮ ਹੋਮੇ ਨੂੰ ਹੀ ਸਾੜ ਦਿੰਦਾ ਹੈ, ਫਿਰ ਕੋਈ ਹੋਰ ਵਿਕਾਰ ਦਾ ਨੇੜੇ ਆਉਣਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾ ਰਹੇ ਹਨ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਸੱਚੇ ਪਾਤਸ਼ਾਹ ਕਹਿੰਦੇ ਹਨ ਦਿਨ ਰਾਤ ਮਾਲਕ ਦੀ ਸਿਫਤੋ ਸਲਾਹ ਕਰਦੇ ਰਹੋ, ਦਿਨ ਰਾਤ ਉਸ ਦੀਆਂ ਵਡਿਆਈਆਂ ਕਰਦੇ ਰਹੋ, ਦਿਨ ਰਾਤ ਉਸ ਦੀ ਕੀਰਤੀ ਕਰਦੇ ਰਹੋ। ਇਹ ਸਫਲ ਕਾਰੀ ਹੈ, ਇਹ ਉਹ ਕਾਰੀ ਹੈ, ਕਾਰ ਕੰਮ ਹੈ ਜਿਹੜਾ ਸਫਲ ਹੈ। ਕੀਰਤਨ
ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਭਾਈ ਮਰਦਾਨਾ ਜੀ ਨੂੰ ਕੀਰਤਨ ਦੀ ਦਾਤ ਬਖਸ਼ੀ, ਉਸ ਤੋਂ ਬਾਅਦ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ੀ। ਕੀਰਤਨ ਬੜਮੁੱਲੀ ਦਾਤ ਹੈ, ਪਰ ਜ਼ਰੂਰੀ ਨਹੀਂ ਕਿ ਕੀਰਤਨ ਕਰਨ ਵਾਸਤੇ ਸਾਜ਼ ਸਿੱਖਣੇ ਪੈਣਗੇ। ਕੀਰਤਨ ਜੀ ਹਰ ਕੋਈ ਕਰ ਹੀ ਨਹੀਂ ਸਕਦਾ, ਹਰ ਕੋਈ ਕੀਰਤਨ ਕਰ ਸਕਦਾ। ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਕੀਰਤਨ ਕਰ ਸਕਦਾ ਹੈ। ਕੀਰਤਨ ਤੁਹਾਡੇ ਇੱਕ ਮਨ ਦੀ ਅਵਸਥਾ ਹੈ। ਚੰਗਾ ਭਲਾ ਰਾਗੀ ਵੀ ਕੀਰਤਨ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਕਿਸੇ ਨੇ ਬਹੁਤ ਕੀਰਤਨ ਸਿੱਖਿਆ ਹੈ, ਬਹੁਤ ਸਿੱਖਿਆ ਹੈ, ਗੁਰਮਤਿ ਸੰਗੀਤ ਦਾ ਬੜਾ ਧਨੰਤਰ ਹੈ, ਕੋਈ ਜ਼ਰੂਰੀ ਨਹੀਂ ਉਹ ਕੀਰਤਨ ਕਰਦਾ ਹੋਵੇਗਾ, ਕੋਈ ਜ਼ਰੂਰੀ ਨਹੀਂ ਹੈ। ਕੀਰਤਨ ਤੁਸੀਂ ਵੀ ਕਰ ਸਕਦੇ ਹੋ। ਕੀਰਤਨ ਤੁਹਾਡੇ ਮਨ ਦੀ ਇੱਕ ਅਵਸਥਾ ਹੈ। ਜਦੋਂ ਤੁਸੀਂ ਰਸ ਵਿੱਚ ਆਣ ਕੇ, ਵਜਦ ਵਿੱਚ ਆਣ ਕੇ ਉਸ ਨਿਰੰਕਾਰ ਨੂੰ ਯਾਦ ਕਰਦੇ ਹੋ, ਸਤਿਗੁਰੂ ਨੂੰ ਯਾਦ ਕਰਦੇ ਹੋ, ਉਦੋਂ ਮਨ ਕੀਰਤਨ ਕਰ ਰਿਹਾ ਹੁੰਦਾ ਹੈ। ਉਦੋਂ ਮਨ ਉਸ ਨੂੰ ਯਾਦ ਕਰ ਰਿਹਾ ਹੁੰਦਾ ਹੈ, ਉਸ ਦੀ ਕੀਰਤੀ ਕਰ ਰਿਹਾ ਹੁੰਦਾ ਹੈ। ਇਸ ਲਈ ਕੋਈ ਜ਼ਰੂਰੀ ਨਹੀਂ ਕਿ ਕਥਾ ਕਰਨ ਵਾਸਤੇ ਗ੍ਰੰਥ ਪੜ੍ਹਨੇ ਪੈਣਗੇ, ਵਿਦਿਆਲਿਆਂ ਵਿੱਚ ਜਾਣਾ ਪਵੇਗਾ, ਕੁਛ ਵੀ ਕਰਨ ਦੀ ਲੋੜ ਨਹੀਂ। ਮਨ ਦੀ ਅਵਸਥਾ ਹੈ। ਕਥਾਵਾਚਕ ਵੀ ਕਥਾ ਨਹੀਂ ਕਰ ਰਿਹਾ ਹੁੰਦਾ, ਅਨਪੜ੍ਹ ਵੀ ਕਥਾ ਕਰ ਰਿਹਾ ਹੁੰਦਾ ਹੈ। ਜ਼ਰੂਰੀ ਨਹੀਂ ਕਥਾ ਕਰਨ ਵਾਸਤੇ ਜ਼ਬਾਨ ਤੋਂ ਬੋਲਣਾ ਹੈ, ਤੁਹਾਡੇ ਅੰਦਰ ਹੀ ਕਥਾ ਹੋਣੀ ਚਾਹੀਦੀ ਹੈ, ਅੰਦਰ ਹੀ। ਕੋਈ ਜ਼ਰੂਰੀ ਨਹੀਂ ਕੀਰਤਨ ਕਰਨ ਵਾਸਤੇ ਜ਼ਬਾਨ ਤੋਂ ਬੋਲਣਾ ਹੈ, ਤੁਹਾਡੇ ਅੰਦਰ ਹੀ ਕੀਰਤਨ ਹੋਣਾ ਚਾਹੀਦਾ ਹੈ। ਜੇ ਸਾਜ਼ਾਂ ਨਾਲ ਜਾਂ ਗਲੇ ਨਾਲ ਕੀਰਤਨ ਕਰਨਾ, ਫਿਰ ਅਸੀਂ ਅਨਦਿਨ ਤੇ ਕਰ ਹੀ ਨਹੀਂ ਸਕਦੇ, ਦਿਨ ਰਾਤ ਤੇ ਕਰ ਹੀ ਨਹੀਂ ਸਕਦੇ। ਗੁਰੂ ਜੀ ਕਹਿੰਦੇ ਨੇ ਹਰ ਕੀਰਤਨ ਗਾਵੋ ਦਿਨ ਰਾਤੀ, ਦਿਨ ਰਾਤ ਤੇ ਫਿਰ ਕਰ ਹੀ ਨਹੀਂ ਸਕਦੇ ਜੀ। ਕਿਹੜਾ ਹੈ ਜਿਹੜਾ ਦਿਨ ਰਾਤ ਸਾਜ਼ ਫੜ ਕੇ ਕੀਰਤਨ ਕਰਦਾ ਰਹੇਗਾ? ਲੇਕਿਨ ਮਨ ਦਿਨ ਰਾਤ ਹੀ ਕੀਰਤਨ ਕਰ ਸਕਦਾ ਹੈ, ਸੁਪਨੇ ਵਿੱਚ ਵੀ ਕੀਰਤਨ ਕਰ ਸਕਦਾ ਹੈ। ਮਹਾਰਾਜ ਕਹਿੰਦੇ ਨੇ ਦਿਨ ਰਾਤ ਉਸ ਮਾਲਕ ਦੀਆਂ ਸਿਫਤਾਂ ਵਿੱਚ ਜੁੜੇ ਰਹੋ, ਆਪਣੇ ਮਨ ਨੂੰ ਉਸ ਮਾਲਕ ਦੀ ਵਡਿਆਈ ਵਿੱਚ ਗਿਝਾ ਲਓ। ਇਹ ਸਫਲ ਕਾਰੀ ਹੈ, ਇਹ ਕਾਰੀ ਤੁਹਾਡੇ ਜੀਵਨ ਨੂੰ ਸਫਲ ਬਣਾ ਦੇਗੀ। ਇਸ ਤਰ੍ਹਾਂ ਹਜ਼ੂਰ ਕਿਰਪਾ ਕਰਕੇ ਸਮਝਾਉਂਦੇ ਹਨ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਹਨ ਕਿ ਪ੍ਰਮਾਤਮਾ ਨੇ ਦ੍ਰਿਸ਼ਟੀ ਧਾਰ ਕੇ, ਦ੍ਰਿਸ਼ਟੀ ਕਰਕੇ ਆਪਣਾ ਦਾਸ ਸਵਾਰ ਦਿੱਤਾ ਹੈ, ਆਪਣੇ ਸੇਵਕ ਦਾ ਜੀਵਨ ਸਵਾਰ ਦਿੱਤਾ ਹੈ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਪਰਮਾਤਮਾ ਨੇ ਆਪਣੇ ਸੇਵਕਾਂ ਦਾ ਜੀਵਨ ਆਪ ਸਵਾਰ ਦਿੱਤਾ ਹੈ। ਅੰਦਰੋਂ ਈਰਖਾ ਦਵੈਸ਼ ਕੱਢ ਦਿੱਤੀ ਹੈ, ਆਪਣਾ ਪਰਾਇਆਪਨ ਕੱਢ ਦਿੱਤਾ ਹੈ। ਤੇ ਜਦੋਂ ਦਾਸ ਦਾ ਜੀਵਨ ਸਵਰ ਗਿਆ ਤੇ ਫਿਰ ਉਹਦੀ ਅਵਸਥਾ ਕੀ ਬਣੀ ਜੀ? ਸਮਰੇ ਹੋਏ ਦੀ ਅਵਸਥਾ ਕੀ ਹੈ? ਕਿਵੇਂ ਪਤਾ ਚੱਲੇ ਜੀ ਇਸ ਦਾ ਜੀਵਨ ਰੱਬ ਨੇ ਸਵਾਰ ਦਿੱਤਾ ਹੈ? ਕਿਵੇਂ ਪਤਾ ਚੱਲੇ? ਅਗਲੀ ਤੁਕ ਬੜੇ ਧਿਆਨ ਦੇ ਨਾਲ ਸਰਵਣ ਕਰਨੇ, ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਕਹਿਣ ਲੱਗੇ ਸੇਵਕ ਨੇ ਘਟ ਘਟ ਵਿੱਚ ਰੱਬ ਨੂੰ ਦੇਖ ਲਿਆ। ਉਹ ਹਰੇਕ ਨੂੰ ਰੱਬ ਸਮਝ ਕੇ ਨਮਸਕਾਰ ਕਰਦਾ ਹੈ। ਹਰੇਕ ਜੀਵ ਵਿੱਚ ਉਸਨੇ ਰੱਬ ਨੂੰ ਦੇਖ ਲਿਆ ਹੈ। ਉਹ ਜਿਸ ਦੇ ਅੱਗੇ ਵੀ ਝੁਕਦਾ ਹੈ, ਰੱਬ ਸਮਝ ਕੇ ਝੁਕਦਾ ਹੈ। ਕਹਿੰਦਾ ਇਹਦੇ ਵਿੱਚ ਮੇਰਾ ਰੱਬ ਵਸਦਾ ਹੈ, ਇਹਦੇ ਵਿੱਚ ਮੇਰਾ ਪਰਮਾਤਮਾ ਵਸਦਾ ਹੈ। ਜਿਸ ਨੇ ਹਰੇਕ ਦੇ ਅੰਦਰ ਪਰਮਾਤਮਾ ਨੂੰ ਦੇਖ ਲਿਆ ਤਾਂ ਸਮਝੋ ਰੱਬ ਨੇ ਇਹਦਾ ਜੀਵਨ ਸਵਾਰ ਦਿੱਤਾ ਹੈ, ਇਹਦਾ ਜੀਵਨ ਸਵਾਰ ਦਿੱਤਾ ਹੈ। ਜਿੰਨਾ ਚਿਰ ਸਾਡੇ ਅੰਦਰ ਅਜੇ ਦਵੈਸ਼ ਹੈ, ਜਿੰਨਾ ਚਿਰ ਸਾਡੇ ਅੰਦਰ ਅਜੇ ਆਪਣਾ ਤੇ ਪਰਾਇਆਪਨ ਹੈ, ਇਹਦਾ ਮਤਲਬ ਅਜੇ ਜੀਵਨ ਸਾਡਾ ਸਮਰਿਆ ਨਹੀਂ ਹੈ। ਬਾਬਾ ਕਬੀਰ ਜੀ ਨੇ ਕਿੱਡਾ ਕਮਾਲ ਦਾ ਬਚਨ ਕਿਹਾ। ਕਹਿਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ। ਜਬ ਆਪਾ ਪਰਕਾ, ਆਪਾ ਪਰਕਾ, ਆਪਣਾ ਤੇ ਪਰਾਇਆ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਕਹਿਣ ਲੱਗੇ ਹੁਣ ਮੇਰੇ ਅੰਦਰ ਹੂੰ ਬਣ ਵੀ ਨਹੀਂ ਰਿਹਾ ਕਿ ਮੈਂ ਆਪਣੇ ਨੂੰ ਪਹਿਲ ਦੇਵਾਂ। ਦੁਨੀਆ ਵਿੱਚ ਹਰ ਬੰਦਾ ਕੋਈ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਲ ਦਿੰਦਾ, ਦੂਸਰੇ ਤੇ ਫਿਰ ਆਪਣੇ ਨੂੰ ਦਿੰਦਾ, ਤੀਸਰੇ ਤੇ ਜਾ ਕੇ ਤੀਸਰੇ ਨੂੰ ਰੱਖਦਾ, ਪਰਾਏ ਨੂੰ ਰੱਖਦਾ ਤੀਸਰੇ ਸਥਾਨ ਤੇ। ਆ ਤਿੰਨ ਸ਼ਬਦ ਵਰਤੇ ਨੇ ਬਾਬਾ ਕਬੀਰ ਜੀ ਨੇ।
कहने लगे तू करता तू हुआ मुझ में रहा ना हूं। कबीर कहते ने मेरे अंदर ये भी भावना नहीं कि पहला तू अपना सवार, दूसरे का फेर देखी, रिश्तेदार का फेर देखी, ਧੀਆਂ ਪੁੱਤਰਾਂ ਦਾ ਫੇਰ ਦੇਖੀ, ਭਰਾਵਾਂ ਦਾ ਫੇਰ ਦੇਖੀ, ਸੱਜਣਾ ਦਾ ਫੇਰ ਦੇਖੀ, ਮਿੱਤਰਾਂ ਦਾ ਫੇਰ ਦੇਖੀ, ਪਹਿਲਾਂ ਤੂੰ ਆਪਣਾ ਸਵਾਰ। ਕਬੀਰ ਕਹਿੰਦੇ ਨੇ ਮੇਰੇ ਅੰਦਰੋਂ ਹੂੰ ਭਾਵ ਵੀ ਨਿਕਲ ਗਿਆ, ਆਪਣਾ ਭਾਵ ਵੀ ਨਿਕਲ ਗਿਆ। ਕਹਿਣ ਲੱਗੇ ਆਪਣਾ ਤੇ ਨਿਕਲਿਆ ਮੇਰੇ ਅੰਦਰ ਆਪਣਿਆਂ ਦਾ ਵੀ ਭਾਵ ਨਿਕਲ ਗਿਆ। ਮੈਂ ਆਪਣਾ ਹੀ ਨਹੀਂ ਸਵਾਰਦਾ, ਮੈਂ ਆਪਣਿਆਂ ਦਾ ਹੀ ਨਹੀਂ ਸਵਾਰਦਾ। ਮੈਂ ਇਹ ਵੀ ਨਹੀਂ ਕਿ ਮੈਂ ਪਰਾਏ ਦਾ ਸਵਾਰਦਾ, ਮੈਂ ਸਾਰਿਆਂ ਨੂੰ ਇੱਕ ਥਾਂ ਤੇ ਮਿਕਸ ਕਰ ਲਿਆ, ਇੱਕ ਥਾਂ ਤੇ ਮਿਲਾ ਲਿਆ ਹੈ। ਅਸੀਂ ਸਾਰੇ ਇੱਕ ਹੀ ਹਾਂ। ਮੈਂ ਕਿਸ ਦਾ ਸਵਾਰਾਂ? ਮੈਂ ਕਿਸੇ ਨੂੰ ਬੇਗਾਨਾ ਸਮਝ ਕੇ ਸਵਾਰਾਂਗਾ, ਉਹ ਤੇ ਆਪਣੇ ਨਾਲ ਹੀ ਈਰਖਾ ਹੋਗੀ, ਫਿਰ ਉਹ ਤੇ ਆਪਣਿਆਂ ਨਾਲ ਹੀ ਈਰਖਾ ਹੋਗੀ, ਉਹ ਵੀ ਗਲਤ ਹੈ। ਨਹੀਂ, ਆਪਣਾ ਹੈ ਕੌਣ, ਆਪਣਾ ਪਰਾਇਆ ਹੈ ਕੌਣ, ਬਸ ਇਹ ਯਾਦ ਹੀ ਭੁੱਲ ਗਈ ਹੈ। ਇਹ ਅੰਦਰੋਂ ਖਿਆਲ ਹੀ ਨਿਕਲ ਗਿਆ ਹੈ, ਖਿਆਲ ਹੀ ਨਿਕਲ ਗਿਆ ਹੈ। ਗੁਰੂ ਕਹਿੰਦੇ ਹਨ ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸ ਸਿਉ ਕਰੋ ਬੁਰਾਈ। ਤੁਸੀਂ ਕਿਸ ਨਾਲ ਬੁਰਾਈ ਕਰੋਗੇ? ਜਦੋਂ ਤੁਸੀਂ ਹਰ ਥਾਂ ਤੇ ਰੱਬ ਨੂੰ ਦੇਖੋਗੇ, ਫਿਰ ਕਿਸ ਦਾ ਨੁਕਸਾਨ ਕਰੋਗੇ? ਕਿਸ ਨਾਲ ਠੱਗੀ ਮਾਰੋਗੇ ਜੀ? ਕਿਸ ਦੇ ਅੱਗੇ ਝੂਠ ਬੋਲੋਗੇ? ਜਦੋਂ ਸਾਰਿਆਂ ਵਿੱਚ ਰੱਬ ਹੀ ਦਿਸੇਗਾ। ਬਾਬਾ ਫਰੀਦ ਕਹਿੰਦੇ ਨੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਐਸੇ ਬਚਨ ਬੜੇ ਸਮਝਾਏ ਨੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਮੈਂ ਕਿਸ ਨੂੰ ਬੁਰਾ ਕਹਾਂ ਜੀ, ਮੈਂ ਕਿਸ ਨੂੰ ਚੰਗਾ ਕਹਾਂ ਜੀ, ਸਾਰੇ ਤੇ ਤੁਹਾਡੇ ਜੀ ਪੈਦਾ ਕੀਤੇ ਹੋਏ ਨੇ। ਗੁਰੂ ਕਹਿੰਦੇ ਨੇ ਬੁਰਾ ਭਲਾ ਤਿਚਨ ਆਖਦਾ ਜਿਚਰ ਹੈ ਦੁਹ ਮਾਹੇ। ਜਿੰਨਾ ਚਿਰ ਦੁਵੈਤ ਵਿੱਚ ਹੈ ਨਾ, ਇਹ ਮੇਰਾ ਹੈ, ਇਹ ਪਰਾਇਆ ਹੈ, ਇਹ ਮੇਰੀ ਜਾਤੀ ਦਾ ਹੈ, ਇਹ ਮੇਰੇ ਧਰਮ ਦਾ ਹੈ, ਇਹ ਮੇਰੇ ਦੇਸ਼ ਦਾ ਹੈ, ਇਹ ਮੇਰੀ ਸੰਸਥਾ ਦਾ ਹੈ, ਇਹ ਮੇਰੀ ਸੰਪਰਦਾ ਦਾ ਹੈ, ਇਹ ਮੇਰੇ ਵਰਨ ਦਾ ਹੈ, ਮੇਰੀ ਕੁਲ ਦਾ ਹੈ, ਇਹ ਮੇਰੇ ਪਿੰਡ ਦਾ ਹੈ, ਇਹ ਮੇਰੇ ਇਲਾਕੇ ਦਾ ਹੈ, ਇਹ ਦੂਸਰਾ ਹੈ, ਇਹ ਦੂਸਰੇ ਦੇਸ਼ ਦਾ ਹੈ, ਦੂਸਰੀ ਜਾਤ ਦਾ ਹੈ, ਦੂਸਰੀ ਸੰਪਰਦਾ ਦਾ ਹੈ, ਦੂਸਰੀ ਸੰਸਥਾ ਦਾ ਹੈ। ਉਹਨਾਂ ਚਿਰ ਇਹ ਕਿਸੇ ਨੂੰ ਬੁਰਾ ਕਹਿੰਦਾ, ਕਿਸੇ ਨੂੰ ਭਲਾ ਕਹਿੰਦਾ, ਕਿਉਂਕਿ ਦਵੈਤ ਵਿੱਚ ਹੈ। ਗੁਰੂ ਕਹਿੰਦੇ ਹਨ ਬੁਰਾ ਭਲਾ ਤਿਚਨ ਆਖਦਾ ਜਿਚਰ ਹੈ ਦੁਹ ਮਾਹੇ, ਗੁਰਮੁਖ ਏਕੋ ਬੂਝਿਆ, ਗੁਰਮੁਖ ਏਕੋ ਬੂਝਿਆ। ਕਹਿਣ ਲੱਗੇ ਮੈਂ ਗੁਰੂ ਵਾਲਾ ਬਣ ਕੇ ਇੱਕ ਨੂੰ ਸਮਝ ਲਿਆ, ਗੁਰਮੁਖ ਏਕੋ ਬੂਝਿਆ, ਏਕ ਸਮਾਹੇ ਸਮਾਹੇ। ਮੈਨੂੰ ਗੁਰੂ ਨੇ ਸਮਝਾ ਦਿੱਤਾ ਭਲਿਆ ਕਿਹਨੂੰ ਬੁਰਾ ਭਲਾ ਕਹਿੰਦਾ, ਸਾਰਿਆਂ ਵਿੱਚ ਤੇ ਰੱਬ ਬੈਠਾ, ਸਾਰਿਆਂ ਵਿੱਚ ਤੇ ਪਰਮਾਤਮਾ ਬੈਠਾ। ਗੁਰੂ ਕਹਿੰਦੇ ਨੇ ਬਗਲਾ ਬਿਰਤੀ ਨਾ ਬਣਾ, ਹੰਸ ਬਿਰਤੀ ਬਣਾ। ਦੋ ਤਰ੍ਹਾਂ ਦੀ ਬਿਰਤੀ ਦਾ ਜ਼ਿਕਰ ਆਉਂਦਾ ਗੁਰਬਾਣੀ ਵਿੱਚ, ਇੱਕ ਬਗਲਾ ਬਿਰਤੀ, ਇੱਕ ਹੰਸ ਬਿਰਤੀ। ਬਗਲਾ ਬਿਰਤੀ ਕੀ ਹੈ? ਗੁਰੂ ਕਹਿੰਦੇ ਨੇ ਹੰਸਾਂ ਹੀਰਾ ਮੋਤੀ ਚੁਗਣਾ, ਬਾਗ ਡੱਡਾਂ ਭਾਲਣ ਜਾਵੇ। ਛੱਪੜ ਦੇ ਕਿਨਾਰੇ ਤੇ ਦੋਨੋਂ ਬੈਠਦੇ ਨੇ, ਹੰਸ ਵੀ ਬੈਠਦਾ ਬਗਲਾ ਵੀ ਬੈਠਦਾ। ਮਾਨ ਸਰੋਵਰ ਦੇ ਖੰਡੇ ਤੇ ਬਗਲਾ ਵੀ ਬੈਠਦਾ, ਹੰਸ ਵੀ ਬੈਠਦਾ। ਪਰ ਫਰਕ ਕੀ ਹੈ? ਹੰਸ ਹੀਰੇ ਮੋਤੀ ਲੱਭਦਾ ਵਿੱਚੋਂ, ਹੀਰੇ ਮੋਤੀ, ਲੇਕਿਨ ਬਗਲਾ ਛੋਟੀਆਂ ਛੋਟੀਆਂ ਡੱਡੀਆਂ ਲੱਭਦਾ, ਛੋਟੇ ਛੋਟੇ ਪੂੰਗ ਲੱਭਦਾ ਵਿੱਚੋਂ। ਕਿੰਨਾ ਫਰਕ ਆ ਜੀ। ਗੁਰੂ ਕਹਿੰਦੇ ਨੇ ਹੰਸ ਬਿਰਤੀ ਬਣਾ, ਹੰਸ ਬਿਰਤੀ, ਡੱਡੀਆਂ ਨਾ ਫੜ, ਪੂੰਗ ਨਾ ਫੜ, ਔਗਣ ਨਾ ਫੜ, ਦੂਸਰਿਆਂ ਦੇ ਗੁਣ ਦੇਖ, ਹਰੇਕ ਦੇ ਵਿੱਚ ਗੁਣ ਦੇਖ, ਔਗਣ ਨਾ ਦੇਖ। ਔਗਣਾਂ ਨੂੰ ਇੱਕ ਪਾਸੇ ਕਰ ਦੇ, ਔਗਣਾਂ ਨੂੰ ਨਜ਼ਰਅੰਦਾਜ਼ ਕਰ ਦੇ। ਕੋਈ ਦੁਨੀਆ ਦਾ ਇਹੋ ਜਿਹਾ ਮਨੁੱਖ ਹੈ ਹੀ ਨਹੀਂ ਜਿਹਦੇ ਵਿੱਚ ਸਾਰੇ ਔਗਣ ਹੀ ਹੋਣ, ਤੇ ਕੋਈ ਦੁਨੀਆ ਦਾ ਇਹੋ ਜਿਹਾ ਮਨੁੱਖ ਨਹੀਂ ਜਿਹਦੇ ਵਿੱਚ ਸਾਰੇ ਗੁਣ ਹੀ ਹੋਣ। ਕੋਈ ਇਹੋ ਜਿਹੀ ਚੀਜ਼ ਪ੍ਰਮਾਤਮਾ ਨੇ ਪੈਦਾ ਹੀ ਨਹੀਂ ਕੀਤੀ ਕਿ ਜਿਹਦੇ ਵਿੱਚ ਸਾਰੇ ਔਗਣੇ ਹੋਣ ਤੇ ਗੁਣ ਨਾ ਹੋਵੇ, ਤੇ ਕੋਈ ਇਹੋ ਜਿਹੀ ਵੀ ਨਹੀਂ ਜਿਹਦੇ ਵਿੱਚ ਸਾਰੇ ਗੁਣ ਹੀ ਹੋਣ ਤੇ ਔਗਣ ਨਾ ਕੋਈ ਹੋਵੇ। ਕੋਈ ਇਹੋ ਜਿਹੀ ਪੈਦਾ ਨਹੀਂ ਕੀਤੀ। ਬਸ ਆਪਣੀ ਸੋਚ ਨੂੰ ਠੀਕ ਕਰੋ, ਉਹਦੇ ਵਿੱਚੋਂ ਗੁਣ ਲਓ। ਔਗਣਾਂ ਤੋਂ ਤੁਸੀਂ ਕੀ ਲੈਣਾ ਹੈ? ਔਗਣਾਂ ਤੋਂ ਤੁਸੀਂ ਕੀ ਲੈਣਾ ਹੈ? ਭਾਈ ਗੁਰਦਾਸ ਜੀ ਨੇ ਇੱਕ ਬੜਾ ਕਮਾਲ ਦਾ ਬਚਨ ਕਿਹਾ। ਕਹਿਣ ਲੱਗੇ ਮੋਰ ਦੇ ਪੰਖ ਦੇਖੋ, ਮੋਰ ਦੀ ਪੈਰ ਦੇਖੋ, ਮੋਰ ਦੀ ਉਹਦੇ ਤੁਸੀਂ ਪੈਰ ਕਿਉਂ ਦੇਖਦੇ ਹੋ? ਉਹਦੇ ਪੈਰ ਤੇ ਵਿਚਾਰੇ ਦੇ ਸੁੰਦਰ ਨਹੀਂ। ਤੁਹਾਡਾ ਧਿਆਨ ਮੋਰ ਦੇ ਪੰਖਾਂ ਤੱਕ ਰਹਿਣਾ ਚਾਹੀਦਾ, ਉਹਦੇ ਨੇਤਰਾਂ ਤੱਕ ਰਹਿਣਾ ਚਾਹੀਦਾ। ਉਹਦੀ ਪੈਰ ਪਾਈ ਹੁੰਦੀ ਕਿੰਨੀ ਸੁੰਦਰ ਲੱਗਦੀ, ਤੁਸੀਂ ਉਹਦੇ ਪੈਰ ਦੇਖਦੇ ਕਿਉਂ ਹੋ? ਤੁਹਾਡੀ ਦ੍ਰਿਸ਼ਟੀ ਉਹਦੇ ਪੈਰਾਂ ਤੱਕ ਜਾਂਦੀ ਹੀ ਕਿਉਂ ਹੋ? ਤੁਸੀਂ ਪੈਰ ਨਾ ਦੇਖੋ, ਤੁਸੀਂ ਮੋਰ ਦੀ ਪੈਲ ਦੇਖੋ। ਪੈਰ ਨਾ ਦੇਖੋ, ਪੈਲ ਦੇਖੋ। ਭਾਈ ਗੁਰਦਾਸ ਕਹਿੰਦੇ ਨੇ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ,
ਤਾਂ ਕਿ ਪਗ ਹੋਰ ਦੇਖ ਦੋਖ ਨਾ ਵਿਚਾਰੀਐ। ਉਹਦੇ ਪੈਰ ਦੇਖ ਕੇ ਉਹਨੂੰ ਦੋਸ਼ੀ ਨਾ ਠਹਿਰਾਓ। ਜੇ ਉਹਦੇ ਪੈਰ ਸੁੰਦਰ ਨਹੀਂ, ਤੁਸੀਂ ਪੈਰਾਂ ਤੋਂ ਕੀ ਲੈਣਾ? ਤੁਸੀਂ ਉਹਦੀ ਪਹਿਲ ਦੇਖੋ, ਉਹਦੀ ਸੁੰਦਰਤਾ ਦੇਖੋ। ਭਾਈ ਗੁਰਦਾਸ ਕਹਿੰਦੇ ਨੇ, ਤੁਸੀਂ ਕੌਰ ਫੁੱਲ ਦੀ ਸੁਗੰਧ ਮਾਣੋ, ਕੰਡਿਆਂ ਤੋਂ ਤੁਸੀਂ ਕੀ ਲੈਣਾ? ਤੁਹਾਡੀ ਨਿਗਾਹ ਕੰਡਿਆਂ ਤੇ ਜਾਂਦੀ ਕਿਉਂ ਹੈ? ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਿਲੋਕ ਨਾ ਉਗਨ ਔਰ ਧਾਰੀਐ। ਉਹਦੀ ਸੁਗੰਧੀ ਦੇਖੋ, ਉਹਦੇ ਗੁਣ ਦੇਖੋ, ਕਮਲ ਦੇ ਗੁਣ ਦੇਖੋ। ਉਹਦੇ ਆਲੇ ਦੁਆਲੇ ਕੰਡੇ ਨਾ ਦੇਖੋ, ਉਹਦੇ ਆਲੇ ਦੁਆਲੇ ਕੰਡੇ ਨਾ ਦੇਖੋ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਿਲੋਕ ਨਾ ਉਗਨ ਔਰ ਧਾਰੀਐ। ਜੈਸੇ ਅੰਮ੍ਰਿਤ ਫਲ ਅੰਬ, ਅੰਬ ਕਿੱਡਾ ਮਿੱਠਾ ਹੁੰਦਾ ਹੈ, ਤੁਸੀਂ ਉਹਦੀ ਗਿਟਕ ਕਿਉਂ ਵੇਖਦੇ ਹੋ? ਇਹ ਤੇ ਜੀ ਬੜੀ ਸਖਤ ਹੈ, ਅਸੀਂ ਅੰਬ ਨਹੀਂ ਜੀ ਖਾਣਾ, ਨਾ ਇਹਦੇ ਵਿੱਚ ਜੀ ਗਿਟਕ ਬੜੀ ਸਖਤ ਹੈ, ਨਾ ਖਾਓ। ਫਿਰ ਕੀ ਹੋ ਜਾਏਗਾ? ਤੁਸੀਂ ਉਹਦੇ ਗੁਣ ਦੇਖੋ, ਉਹਦਾ ਰਸ ਦੇਖੋ, ਅੰਬ ਦੇ ਗੁਣ ਦੇਖੋ, ਉਹਦੇ ਗੁਣ ਦੇਖੋ, ਉਹਦੀ ਗਿਟਕ ਨਾ ਦੇਖੋ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀ ਹੈ। ਉਹਦਾ ਬੀਜ ਵਿਚਾਰੇ ਦਾ ਕੋੜਾ ਦੇਖ ਕੇ ਇਹਨਾਂ ਕੋਈ ਤੇ ਅੰਬ ਬੜਾ ਬੁਰਾ, ਹੁਣ ਪਰੇ ਨਾ ਸੁੱਟੋ, ਉਹਦਾ ਰਸ ਲੈ ਲਓ। ਤੁਸੀਂ ਗਿਟਕ ਨੂੰ ਪਰੇ ਸੁੱਟਦੇ ਹੋ, ਅੰਬ ਨੂੰ ਕਿਉਂ ਪਰੇ ਸੁੱਟਦੇ ਹੋ? ਚੌਥੀ ਤੁਕ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਹਨ, ਤੈਸੇ ਗੁਰ ਗਿਆਨ ਦਾਨ ਸਭ ਨੂੰ ਸੇ ਮੰਗ ਲੀਜੈ। ਭਲਿਓ ਜਿਹਦੇ ਕੋਲ ਕੋਈ ਰੱਬ ਦੀ ਗੱਲ ਹੈ, ਮੰਗ ਲਓ, ਲੈ ਲਓ, ਸਿੱਖ ਲਓ। ਜਿਹਦੇ ਕੋਲ ਵੀ ਗੁਰੂ ਦੀ ਕੋਈ ਗੱਲ ਹੈ, ਸਿੱਖ ਲਓ। ਮਤ ਸਮਝੇ ਬੰਦਾ ਸਾਡਾ ਨਹੀਂ ਤੇ ਦੂਜਾ ਹੈ, ਇਸ ਤਰ੍ਹਾਂ ਮਤ ਸਮਝੋ। ਜਿਹੜਾ ਵੀ ਹੈ, ਜਿਸ ਵੀ ਸੰਪਰਦਾ ਦਾ ਹੈ, ਜਿਸ ਵੀ ਸੰਸਥਾ ਦਾ ਹੈ, ਜਿੱਥੋਂ ਵੀ ਉਸਨੇ ਅੰਮ੍ਰਿਤ ਛਕਿਆ ਹੈ, ਜੇ ਉਹਦੇ ਕੋਲ ਗੁਰੂ ਦੀ ਗੱਲ ਹੈ, ਉਹ ਸਿੱਖ ਲਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਗੁਰ ਗਿਆਨ ਦਾਨ ਸਭ ਨੂੰ ਸੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤੁਕਾਰੀਐ। ਸਾਰਿਆਂ ਦੇ ਅੱਗੇ ਝੁਕਣਾ ਸਿੱਖੋ, ਨਿੰਦਿਆ ਕਰਨੀ ਨਾ ਸਿੱਖੋ। ਲੇਕਿਨ ਅਸੀਂ ਨਿੰਦਿਆ ਕਰਨੀ ਸਿੱਖੀ ਹੋਈ ਹੈ। ਅਸੀਂ ਇਸ ਭਾਵ ਨੂੰ ਸਮਝਿਆ ਹੀ ਨਹੀਂ ਹੈ। ਗੁਰਮਤਿ ਦਾ ਸਿਧਾਂਤ ਅਸੀਂ ਸਮਝਿਆ ਹੀ ਨਹੀਂ ਹੈ। ਵਾਰ-ਵਾਰ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਬਸ ਉਹ ਮੰਨੋ ਸਾਧ ਸੰਗਤ ਜੀ, ਇਹ ਦੱਸਣਾ ਹੀ ਨਹੀਂ ਵੀ ਉਹ ਕਹਿੰਦੇ ਕੀ ਆ, ਇਹ ਤੇ ਦੱਸਣਾ ਹੀ ਨਹੀਂ। ਕਿਉਂਕਿ ਜਦੋਂ ਅਸੀਂ ਇਹ ਦੱਸਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਸਾਡੀਆਂ ਦੁਕਾਨਾਂ ਬੰਦ ਹੋ ਜਾਣੀਆਂ। ਜਦੋਂ ਅਸੀਂ ਇਹ ਦੱਸਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਉਦੋਂ ਸਾਡੇ ਹੰਕਾਰ ਨੂੰ ਚੋਟ ਪਹੁੰਚੇਗੀ। ਇਸ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਲੋਕਾਂ ਤੱਕ ਪਹੁੰਚੇ ਨਾ। ਮੈਂ ਜਿਸ ਵੀ ਗੁਰੂ ਘਰ ਵਿੱਚ ਜਾਣਾ, ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਹੁੰਦੀ ਹੋਵੇ, ਇੱਕੋ ਹੀ ਗੱਲ ਵਾਰ-ਵਾਰ ਕਹੀ ਜਾਂਦੀ, ਇੱਕੋ ਗੱਲ, ਗਿਆਨੀ ਜੀ ਇਹ ਕਥਾ ਕਦੋਂ ਮੁੱਕੇਗੀ, ਇਹ ਕਥਾ ਕਦੋਂ ਮੁੱਕੇਗੀ, ਇੱਕੋ ਗੱਲ। ਕਦੇ ਕਿਸੇ ਨੇ ਨਹੀਂ ਕਿਹਾ ਕਿ ਗਿਆਨੀ ਜੀ ਇਹ ਕਥਾ ਕਦੋਂ ਸਮਝ ਆਵੇਗੀ, ਕਦੇ ਨਹੀਂ ਕਿਹਾ ਕਿਸੇ ਨੇ, ਕਦੇ ਨਹੀਂ ਕਿਹਾ। ਤੇ ਵਾਰ-ਵਾਰ ਕਹਿਣਗੇ, ਗਿਆਨੀ ਜੀ ਕਥਾ ਮੁਕਾਓ, ਗਿਆਨੀ ਜੀ ਕਥਾ ਮੁਕਾਓ, ਬੜੇ ਸਮੇਂ ਦੀ ਚੱਲਦੀ ਹੈ, ਕਥਾ ਮੁਕਾਓ। ਉਹ ਫਲਾਨਾ ਆਇਆ ਸੀ, ਉਹ ਬੜੀ ਕਥਾ ਕਰਦਾ ਸੀ, ਉਹ ਬੜੀ ਮੁਕਾ ਕੇ ਗਿਆ ਕਥਾ, ਕਥਾ ਮੁਕਾਓ। ਇਹ ਕਿਸੇ ਨੇ ਵੀ ਨਹੀਂ ਕਿਹਾ ਗਿਆਨੀ ਜੀ ਕਥਾ ਸਮਝਾਓ, ਇਹ ਕਿਸੇ ਨੇ ਵੀ ਨਹੀਂ ਕਿਹਾ ਕਥਾ ਸਮਝਾਓ। ਸਭ ਮੁਕਾਓ, ਮੁਕਾਓ, ਸਮਝਾਓ ਸ਼ਬਦ ਹੀ ਸਾਡੀ ਜ਼ਿੰਦਗੀ ਚੋਂ ਨਿਕਲ ਗਿਆ। ਭਲੇ ਉਹ ਗੁਰਬਾਣੀ ਦੀ ਕਥਾ ਮੁਕਾਉਣ ਵਾਸਤੇ ਨਹੀਂ, ਇਹ ਸਮਝਣ ਵਾਸਤੇ। ਤੁਸੀਂ ਸਾਨੂੰ ਕਿਹਾ ਕਰੋ, ਗਿਆਨੀ ਜੀ ਗੱਲ ਤੁਹਾਡੀ ਆ, ਸਾਨੂੰ ਸਮਝ ਨਹੀਂ ਲੱਗੀ, ਸਾਨੂੰ ਸਮਝਾ ਦਿਓ, ਸਾਡਾ ਫਰਜ਼ ਹੈ। ਨਹੀਂ, ਕਥਾ ਮੁਕਾਓ। ਆ ਮੁਕਾਓ ਤੇ ਸਮਝਾਓ ਸ਼ਬਦ ਜਿਹੜੇ ਨਾ, ਇਹਨਾਂ ਨੂੰ ਥੋੜਾ ਦਿਮਾਗ ਦੇ ਵਿੱਚੋਂ ਕੱਢ ਦਈਏ। ਇਸ ਵਾਸਤੇ ਮਹਾਰਾਜ ਕਹਿੰਦੇ ਹਨ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਭਾਈ ਉਸ ਪਰਮੇਸ਼ਰ ਨੇ ਆਪਣਾ ਦਾਸ ਸਵਾਰ ਦਿੱਤਾ। ਹੁਣ ਉਹਦੇ ਦਾਸ ਦੇ ਅੰਦਰ ਇੰਨੀ ਨਿਮਰਤਾ ਆ ਗਈ ਹੈ, ਇੰਨਾ ਉਹਦਾ ਜੀਵਨ ਉੱਚਾ ਸੁੱਚਾ ਹੋ ਗਿਆ, ਉਹ ਹਰੇਕ ਦੇ ਅੰਦਰ ਬੈਠੇ ਰੱਬ ਨੂੰ ਦੇਖਦਾ, ਹਰੇਕ ਨੂੰ ਰੱਬ ਸਮਝ ਕੇ ਉਹਦੇ ਅੱਗੇ ਝੁਕਦਾ, ਹਰੇਕ ਨੂੰ ਰੱਬ ਸਮਝ ਕੇ ਉਹਦੇ ਅੱਗੇ ਨਮਸਕਾਰ ਕਰਦਾ। ਗੁਰੂ ਇਸ ਤਰ੍ਹਾਂ ਸਮਝਾਉਂਦੇ ਹਨ ਜੀ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ, ਉਹ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਹਜ਼ੂਰ ਕਹਿੰਦੇ ਹਨ ਕਿ ਹੇ ਭਾਈ, ਇਹੀ ਸ੍ਰੇਸ਼ਟ ਮਤ ਹੈ, ਇੱਕ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਸਾਡੇ ਵਿੱਚ ਵੀ ਰੱਬ, ਦੂਸਰਿਆਂ ਵਿੱਚ ਵੀ ਰੱਬ, ਅੰਤਰ ਬਾਹਰ ਹਰ ਪ੍ਰਭ ਏਕੋ। ਸਾਡੇ ਅੰਦਰ ਵੀ, ਬਾਹਰ ਦੂਸਰਿਆਂ ਵਿੱਚ ਵੀ, ਸਭ ਥਾਂ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ। ਜਿਸ ਨੂੰ ਇਹ ਸਮਝ ਲੱਗ ਗਈ ਕਿ ਸਾਰਿਆਂ ਵਿੱਚ ਰੱਬ ਹੀ ਰੱਬ ਹੈ, ਪ੍ਰਮਾਤਮਾ ਹੀ ਪ੍ਰਮਾਤਮਾ ਹੈ, ਤੇ ਗੁਰੂ ਕਹਿੰਦੇ ਨੇ ਸ੍ਰੇਸ਼ਟ ਮਤ ਹੈ, ਇਹ ਚੰਗੀ ਮਤ ਹੈ।
ਬਹੁਤ ਸਿਆਣੀ ਮੱਤ ਹੈ। ਅਸੀਂ ਇਸ ਮੱਤ ਦੇ ਧਾਰਨੀ ਬਣੀਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਧ ਸੰਗਤ ਜੀ ਆਪ ਜੀ ਨੇ ਬਹੁਤ ਟਿਕਾਓ ਤੇ ਬੜੇ ਪਿਆਰ ਦੇ ਨਾਲ ਸਥਾਪਨਾ ਕੀਤੀ। ਸੋ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਧ ਸੰਗਤ ਜੋ ਇਸ ਵੇਲੇ ਕਹਿਰ ਜਾਂ ਵਿਪਤਾ ਪਈ ਹੋਈ ਹੈ, ਉਹਦੇ ਵਾਸਤੇ ਅਸੀਂ ਅਰਦਾਸ ਕਰੀਏ। ਅਰਦਾਸ ਹੀ ਸਭ ਤੋਂ ਵੱਡੀ ਚੀਜ਼, ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ। ਅਰਦਾਸ ਆ ਜਿਹੜੇ ਕਹਿੰਦੇ ਨੇ ਜੀ ਕੁਦਰਤੀ ਰੱਬ ਹੈ ਜੀ, ਸਿਸਟਮ ਹੋਣਾ ਚਾਹੀਦਾ। ਹੁਣ ਵੱਡੇ ਸਿਸਟਮ ਵਾਲੇ ਚਲੇ ਜਾਣ ਉੱਥੇ, ਵੱਡੇ ਸਿਸਟਮ ਵਾਲੇ ਚਲੇ ਜਾਣ ਹੁਣ ਉੱਥੇ। ਇਹ ਨਿਰੰਕਾਰ ਦੇ ਹੱਥ 'ਚ ਹੁਣ ਸਾਰਾ ਕੁਝ। ਕਿੱਡੇ ਵਿਕਸਿਤ ਦੇਸ਼ ਉਹ, ਕਿੱਡੇ ਵਿਕਸਿਤ ਦੇਸ਼, ਕਿੱਡੀ ਵੱਡੀ ਉਹਨਾਂ ਤੇ ਵਿਪਤਾ ਪਈ ਹੈ। ਕਰੋੜਾਂ ਦੀ ਗਿਣਤੀ ਵਿੱਚ ਵਿਚਾਰੇ ਜੀਵ ਅੱਗ ਵਿੱਚ ਸੜ ਮਰ ਰਹੇ, ਦੇਖ ਨਹੀਂ ਹੁੰਦੇ, ਉਹ ਫੋਟੋਆਂ ਦੇਖ ਨਹੀਂ ਹੁੰਦਾ। ਫੇਸਬੁੱਕ ਖੋਲ੍ਹਣ ਨੂੰ ਦਿਲ ਨਹੀਂ ਕਰਦਾ ਸਾਧ ਸੰਗਤ। ਇੰਨਾ ਮਨ ਪਿਛਲੇ 2-4 ਦਿਨ ਤੋਂ ਦੁਖੀ ਹੋਇਆ ਪਿਆ। ਆਪ ਜ਼ਰੂਰ ਅਰਦਾਸ ਕਰੋ, ਸਤਿਗੁਰੂ ਹੀ ਹੈ। ਸਵੇਰੇ ਵੀ ਬੇਨਤੀ ਕੀਤੀ ਸੀ, ਅਰਦਾਸ ਵਿੱਚ ਬੜੀ ਸ਼ਕਤੀ ਹੈ। 1 ਮਿੰਟ ਲਵਾਂਗਾ ਤੁਹਾਡਾ ਬਸ। ਅਰਦਾਸ ਵਿੱਚ ਕਿੰਨੀ ਸ਼ਕਤੀ ਹੈ। ਗੁਰੂ ਕਹਿੰਦੇ ਨੇ ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਨਾਨਕ ਸਭ ਕੁਛ ਤੁਮਰੇ ਹਾਥ, ਤੁਮੀ ਹੋਤ ਸਹਾय। ਤੇ ਫਿਰ ਜਦੋਂ ਅੰਦਰੋਂ ਇਦਾਂ ਅਰਦਾਸ ਨਿਕਲਦੀ ਹੈ ਨਾ, ਤੇ ਫਿਰ ਅਗਲਾ ਸਵੀਜਾ ਪੜੋ, ਅਗਲਾ ਦੋਹਰਾ ਪੜੋ। ਕਹਿਣ ਲੱਗੇ ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਪਾਏ। ਨਾਨਕ ਸਭ ਕੁਛ ਤੁਮਰੇ ਹਾਥ ਮੇਂ, ਤੁਮੀ ਹੋਤ ਸਹਾय। ਜਦੋਂ ਇਸ ਤਰ੍ਹਾਂ ਅਰਦਾਸ ਕਰਾਂਗੇ, ਮਾਲਕ ਜ਼ਰੂਰ ਸਹਾਇਕ ਬਣੇਗਾ। ਦੇਸ਼ ਭਾਵ ਛੱਡ ਕੇ, ਜਾਤੀ ਭੇਦ ਭਾਵ ਛੱਡ ਕੇ, ਧਾਰਮਿਕ ਭੇਦ ਭਾਵ ਛੱਡ ਕੇ ਅਸੀਂ ਗੁਰੂ ਦੇ ਅੱਗੇ ਅਰਦਾਸ ਕਰੀਏ। ਪਿਆਰ ਵਿੱਚ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।